मोहतरम नाजरीन, अज FTM 105 ते लकमान गोयरा न्यूज़ टीम जिहड़ी है समुंदरी रोड 47 काहबे खतरावां पिंड दे अंदर जिहड़ी तहसील समुंदरी ज़िला फैसलाबाद है, इस पिंड दे अंदर जा रही है। ਇਹਦਾ मकसद है कि पार्टीशन पंजाब जिहड़ी हुई हल्ले पे पंजाब ते पाकिस्तान ते इंडिया अलहदा होया, जदों ये पाकिस्तान बनया उदों दी की दुख भरी कहानी है। बजुर्गों नाल गल करेगी, गल करन तो बाद तुहाडे तक पहुँचाएगी। इंशाअल्लाह साडा प्रोग्राम तुहानूं बड़ा अच्छा लगेगा ते तौर तक आखिर तक। अस्सलाम वालेकुम, ਤੁਸੀਂ ਦੇਖਦੇ ਆ FTM 105 YouTube ਚੈਨਲ ਦੇ ਨਾਲ ਲੁਕਮਾਨ ਗੋਇਰਾ ਨਿਊਜ਼ ਫੇਸਬੁੱਕ ਪੇਜ। ਮੈਂ ਤੁਹਾਡਾ ਹੋਸਟ ਮੁਹੰਮਦ ਲੁਕਮਾਨ ਮਾਨੀਪੁਰੀਆ। ਅੱਜ ਅਸੀਂ ਮੌਜੂਦ ਹਾਂ ਪਿੰਡ 47 ਖਤਰਾਵਾਂ ਦੇ ਵਿੱਚ। ਅੱਜ ਅਸੀਂ ਪਹੁੰਚੇ ਹਾਂ ਬਜ਼ੁਰਗਾਂ ਦੇ ਕੋਲ ਪਾਰਟੀਸ਼ਨ ਦੇ ਮੁਤਲਕ ਗੱਲਬਾਤ ਕਰਨ ਵਾਸਤੇ, ਤੇ ਆਓ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम। वालेकुम सलाम। ਹੋਰ ਬਜ਼ੁਰਗੋ ਕੀ ਹਾਲ ਚਾਲ? ठीक है, अल्लाह का शुक्र। ਕੀ ਨਾਮ ਬਾਬਾ ਜੀ ਤੁਹਾਡਾ? मंगते खां। ਹਾਂਜੀ, मंगते खां। ਮਮਤੇ ਖਾਂ। ਤੇ ਤੁਸੀਂ ਤੁਹਾਡਾ ਉੱਥੇ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ? सुनडिया खेड़ी ਤੇ ਜ਼ਿਲ੍ਹਾ अम्बाड़ा ਅਮਾਲਾ ਤੇ ਤਹਿਸੀਲ खैड़ ਤੇ ਡਾਕਖਾਨਾ ਦਾ ਤੁਹਾਨੂੰ ਯਾਦ? डाकखाना मुबारक। ਔਰ ਬਾਬਾ ਜੀ ਤੁਹਾਡਾ ਉੱਥੇ ਮੁਕੰਮਲ ਐਡਰੈਸ ਆਪਣਾ ਕੀ ਸੀ? मुकम्मल सुनडिया पिंड सी साडा ਹਾਂਜੀ, ते जिला अम्बाड़ा सी, तहसील खैड़ सी, पिंड सुनडिया दा। ਤੇ ਤੁਹਾਨੂੰ ਯਾਦ ਉੱਥੇ ਦੇ ਸਕੂਲ ਦੇ ਵਿੱਚ ਤੁਹਾਡੇ ਯਾਰ ਬੇਲੀ ਤੇ ਉਸਤਾਦ ਦਾ ਕੋਈ ਨਾਮ? उस्ताद जो बामण सी साडे स्कूल च, ਤੇ ना तो याद नहीं रहा। बामण सी लग्या है, वो भी बाहरों आंदा सी रामगढ़ तो। ਤੇ ਲਾਗੇ ਲਾਗੇ ਪਿੰਡਾਂ ਦੇ ਨਾਮ ਯਾਦ ਹੋਣ ਤੁਹਾਨੂੰ? कोट बिल्ला ते खेड़ी, मुबारकपुर, दूसरा नींबुआ, ये पिंड सी साडे नाल। ਤੇ ਤੁਹਾਡੇ ਨਾਲ ਉੱਥੋਂ ਦੇ ਜਿਹੜੇ ਯਾਰ ਬੇਲੀ ਜਿਹੜੇ ਤੁਹਾਡੇ ਨਾਲ ਬਚਪਨ ਦੇ ਵਿੱਚ ਖੇਲਦੇ ਰਹੇ, ਉਹਨਾਂ ਦੇ ਕੋਈ ਨਾਮ ਵਗੈਰਾ? ਉਹਨਾਂ ਦੇ ਨਾਮ ਵਗੈਰਾ, ਇੱਕ ਦੇ ਨਾਮ ਸ਼ਰੀਫ ਸੀ, ਇੱਕ ਸਦੀਕ ਦਾ, ਇੱਕ ਜਮੀਲ ਸੀ। ਇਹ 4-5 ਬੰਦੇ। ਤੇ ਇਹ ਫਿਰ ਤੁਹਾਡੇ ਨਾਲ ਹੀ ਆ ਗਏ ਸੀਗੇ ਇੱਧਰ ਨੂੰ? ਹਾਂ, ਸਾਡੇ ਨਾਲ ਹੀ ਆਏ, ਸਾਰੇ ਇਕੱਠੇ ਹੀ ਆਏ। ਤੇ ਉੱਥੇ ਸਾਰਾ ਪਿੰਡ ਮੁਸਲਮਾਨਾਂ ਦਾ ਸੀ, ਕੋਈ ਸਿੱਖ ਵਗੈਰਾ ਤਾਂ ਨਹੀਂ ਸੀ ਰਹਿੰਦੇ? ਇੱਕ ਮਹੱਲਾ ਸਿੱਖਾਂ ਦਾ ਸੀ, 3 ਮੁਸਲਮਾਨਾਂ ਦੇ ਸੀ। ਤੇ ਉਹ ਕਿੱਦਾਂ ਦਾ ਸੀ ਉਹ ਸਿੱਖਾਂ ਦਾ ਤੁਹਾਡੇ ਨਾਲ ਰਵੱਈਆ? ਸਿੱਖਾਂ ਦਾ ਰਵੱਈਆ ਠੀਕ ਸੀ, ਬਸ ਰਲ ਮਿਲ ਕੇ ਬੈਠੇ ਸੀ। ਜਦੋਂ ਅਸੀਂ ਨਿਕਲੇ ਹਾਂ ਸਾਡੇ ਤੋਂ ਪਹਿਲਾਂ ਹੀ ਮਹੀਨਾ ਨਿਕਲ ਗਏ ਸੀ। ਸਿੱਖ ਉੱਥੋਂ ਪਿੰਡ ਛੱਡ ਗਏ ਸੀ? ਹਾਂ, ਪਿੰਡ ਛੱਡ ਗਏ ਸੀ, ਸਾਡੇ ਤੋਂ ਪਹਿਲਾਂ ਹੀ ਛੱਡ ਗਏ ਮਹੀਨਾ। ਤੇ ਕਿੰਨੀਆਂ ਤੁਸੀਂ ਜਮਾਤਾਂ ਉੱਥੇ ਪੜ੍ਹੇ ਸੀ ਸਕੂਲੇ? ਸਕੂਲੇ ਤੀਸਰੀ ਚੌਥੀ ਪੜ੍ਹੇ ਸੀ ਅਸੀਂ। ਤੇ ਜਦੋਂ ਉਜਾੜੇ ਪਏ ਤਾਂ ਤੁਹਾਡੀ ਉਮਰ ਕਿੰਨੀ ਕੁ ਸੀ? 8 ਸਾਲ ਦੀ ਸੀ ਉਸ ਵੇਲੇ। ਤੇ ਤੁਸੀਂ ਫਿਰ ਪਾਕਿਸਤਾਨ ਜਦੋਂ ਐਲਾਨ ਹੋਇਆ, ਫਿਰ ਪਾਕਿਸਤਾਨ ਦੇ ਵਿੱਚ ਜਦੋਂ ਆਉਣ ਦੇ ਰਸਤੇ ਦੇ ਵਿੱਚ ਕੀ ਤੁਹਾਡੇ ਨਾਲ? ਰਸਤੇ 'ਚ ਬੜੀ ਮੁਸੀਬਤਾਂ ਆਈਆਂ, ਬੜੇ ਨੱਠ ਕੋ ਜਗਾ ਲੁੱਕ ਕਾ ਫਿਰਦੇ ਰਹੇ। ਫਿਰ ਅਸੀਂ ਜਾ ਕੇ ਉੱਥੋਂ ਆਪਣੇ ਪਿੰਡੋਂ ਨਿਕਲ ਕਾ 3-4 ਪਿੰਡ ਲੱਗ ਕੇ ਨਾ ਸਾਡੇ ਉੱਥੇ ਚਲੇ ਗਏ। ਫਿਰ ਅਸੀਂ ਉੱਥੇ ਰਹੇ, ਅਸੀਂ ਬਕਰਾ ਈਦ ਵਾਲੇ ਦਿਨ ਤੱਕ। ਸਾਹਾ ਪਿੰਡ ਸੀ, ਉਹਦੇ ਵਿੱਚ ਰਹੇ ਅਸੀਂ। ਉੱਥੋਂ ਬਕਰਾ ਈਦ ਵਾਲੇ ਦਿਨ ਨਿਕਲ ਕੇ ਫਿਰ ਅੰਬਾਲਾ ਸਾਨੂੰ ਫੌਜ ਲਿਆਣ ਕੇ ਅੰਬਾਲੇ 'ਚ ਵੜਦੀ ਹੈ ਕੈਂਪ 'ਚ। ਤੇ ਸਾਰੇ ਜਿਹੜੇ ਤੁਹਾਡਾ ਉੱਥੋਂ ਜਿਹੜਾ ਪਿੰਡ ਦਾ ਸੀਗਾ ਖਾਨਦਾਨ ਜਿਹੜਾ ਉੱਥੋਂ ਨਾਲ ਸਾਰਾ ਆ ਗਿਆ ਸੀਗਾ ਇੱਧਰ? ਆ ਕੇ ਸਾਰੇ ਵਿੱਚ ਵੈਸੇ ਮਰ ਮੁਰ ਵੀ ਗਏ, ਤੇ ਉਂਝ ਸਾਰੇ ਜੀ ਗਏ ਸੀ ਇੱਥੇ। ਵਿੱਚ ਜਿਹੜੇ ਬੁੜੇ ਠੇਰੇ ਸੀ ਬਹੁਤ ਹੋ ਗਏ ਸੀ ਉੱਥੇ। ਤੇ ਉਧਰੋਂ ਟ੍ਰੇਨਾਂ ਗੱਡਿਆਂ ਤੇ ਕਿੱਦਾਂ ਫਿਰ ਲੋਕ ਆਉਂਦੇ ਸੀਗੇ? ਗੱਡਿਆਂ 'ਤੇ ਵੀ ਲੋਕ ਆਏ, ਟ੍ਰੇਨਾਂ 'ਤੇ ਵੀ ਆਏ। ਅਸੀਂ ਵੀ ਟ੍ਰੇਨ 'ਤੇ ਆਏ ਹਾਂ, ਅਸੀਂ ਵੀ ਟ੍ਰੇਨ 'ਤੇ ਆਏ ਹਾਂ ਪਾਕਿਸਤਾਨ ਦੇ ਵਿੱਚ, ਤੇ ਗੱਡਿਆਂ 'ਤੇ ਵੀ ਲੋਕ ਆਏ ਹਾਂ। ਤੇ ਲੋਥੇ ਜਿਹੜੇ ਸਿੱਖ ਜ਼ਿਆਦਾ ਕਤਲੋਗਾਰਤ ਸਿੱਖਾਂ ਦੀ ਸੀਗੀ ਜਾਂ ਹਿੰਦੂਆਂ ਦੀ? ਸਿੱਖਾਂ ਦੀ ਜ਼ਿਆਦਾ ਸੀ, ਹਿੰਦੂ ਤੋਂ ਘੱਟ ਹੀ ਲੜਦੇ ਸੀ। ਸਿੱਖ ਹੀ ਲੜੇ ਆ, ਜਿਹੜੇ ਵੀ ਲੜੇ ਆ।
ਹਿੰਦੂਆਂ 'ਚ ਤਾਂ ਕੋਈ ਬੰਦਾ ਇਹੋ ਜਿਹਾ ਨਹੀਂ ਸੀ, ਕੋਈ ਹੋਣਾ ਵਿੱਚ ਰਲਿਆ ਹੋਇਆ ਨਹੀਂ, ਤਾਂ ਸਿੱਖਾਂ ਨੇ ਝਟਕੇ ਲਾਏ। ਤੇ ਨਾਲ ਕਹਿੰਦੇ ਕਿ ਉਦੋਂ ਸਿੱਖ ਉੱਥੇ ਬਿਲਕੁਲ ਇਕੱਠੇ ਨਾਲ ਰਹਿੰਦੇ ਸੀ, ਖਾਣਾ ਪੀਣਾ ਇਕੱਠਾ ਸੀਗਾ ਉਹਨਾਂ ਦਾ। ਤੇ ਬਾਅਦ ਚੋਂ ਫਿਰ ਉਹਨਾਂ ਨੂੰ ਕੀ ਹੋਇਆ? ਬਾਅਦ 'ਚ ਬਈ ਫਿਰ ਜਦੋਂ ਹੱਲਾ ਦੁੱਲਾ ਹੋ ਗਿਆ, ਦੁਨੀਆ ਉੱਧਰ ਉੱਧਰ ਹੋਣ ਲੱਗੀ, ਉਹਨਾਂ ਨੇ ਹੋਣਾ ਹੀ ਤਾਂ ਆਪਣਾ, ਉਹਨਾਂ ਨੇ ਦੇਸ਼ ਬਣਾਉਣਾ ਤਾਂ ਸੀ ਆਪਣਾ। ਪਾਕਿਸਤਾਨ ਦੇ ਨਾਅਰੇ ਮਾਰਦੇ ਸੀ, ਉਹ ਹਿੰਦੁਸਤਾਨ ਦੇ ਨਾਅਰੇ ਮਾਰਦੇ ਸੀ, ਤੇ ਉਹ ਲੜਾਈ ਤਾਂ ਹੁੰਦੀ ਸੀ। ਤੇ ਤੁਹਾਡੇ ਨਾਲ ਵੀ ਕੋਈ ਅੱਗੋਂ ਕੋਈ ਕਿਸੇ ਨੇ ਆਇਆ ਆ ਕੇ ਕੋਈ ਹਮਲਾ ਕੀਤਾ ਸੀ ਤੁਹਾਡੇ ਤੇ? ਹਮਲੇ ਤੇ ਨੱਠੇ ਅਸੀਂ ਜਿਸ ਵੇਲੇ ਸਾਡੇ ਤੇ ਆਏ ਆ, ਫੌਜ ਆਈ, ਫੌਜ ਨੇ ਗੋਲੀ ਚਲਾਈ ਤੇ ਉੱਥੇ ਬੰਦੇ ਵੀ ਮਰੇ ਆ। ਤੇ ਫਿਰ ਅਸੀਂ ਉੱਥੋਂ ਨੱਸੇ ਆ, ਸ਼ਾਮ ਦਾ ਟਾਈਮ ਸੀ, ਜਿਹੜੇ ਗੋਲੀ ਦੇ ਅੱਗੇ ਆ ਗਏ ਉਹ ਮਰੇ ਆ। ਕਿਸੇ ਨੂੰ ਫੈਰ ਵੀ ਬਹੁਤਿਆਂ ਨੂੰ ਲੱਗੇ ਆ, ਬਚ ਗਏ। ਬਹੁਤ ਜ਼ੁਲਮ ਹੋਇਆ। ਤੇ ਜਦੋਂ ਤੁਸੀਂ ਆਏ, ਤੁਹਾਡੇ ਜਿਹੜੇ ਸਿੱਖ ਯਾਰ ਬੇਲੀ ਸੀ ਉੱਥੇ, ਤੇ ਉਹਨਾਂ ਨੇ ਫਿਰ ਤੁਹਾਨੂੰ ਛੱਡਣ ਆਏ ਰਾਹ ਦੇ ਵਿੱਚ? ਨਾ ਨਾ, ਕੋਈ ਨਹੀਂ ਆਇਆ ਰਾਹ ਦੇ ਵਿੱਚ। ਹੋਰ ਉਹ ਅਸੀਂ ਤਾਂ ਲੋਕ ਲੱਗਦੇ ਤੁਰ ਪਏ ਉੱਥੋਂ। ਸਿੱਖ ਬੇਲੀ ਜਿਹੜੇ ਵੀ ਥੇ, ਕੋਈ ਕਿਸੇ ਦਾ ਬੇਲੀ ਨਹੀਂ ਰਿਹਾ ਸੀ। ਯਾਨੀ ਉਸ ਵੇਲੇ ਕੋਈ ਕਿਸੇ ਦਾ ਨਹੀਂ ਸੀ, ਸਭ ਭੁੱਲ ਗਏ? ਸਭ ਭੁੱਲ ਗਏ, ਸਭ ਦੌੜ ਗਏ। ਅਸੀਂ ਆਪਣੀ ਜਾਨਾਂ ਬਚਾਉਂਦੇ ਸੀ, ਉਹ ਆਪਣੀ ਬਚਾਉਂਦੇ ਸੀ। ਤੇ ਮੁਸਲਮਾਨਾਂ ਨੇ ਵੀ ਜਿੱਦਾਂ ਸਿੱਖਾਂ ਨੇ ਕੀਤਾ ਉਦਾਂ ਹੀ ਫਿਰ? ਹਾਂ, ਮੁਸਲਮਾਨਾਂ ਨੇ ਸਿੱਖਾਂ ਨੇ ਵੀ ਤਾਂ ਆਪਣਾ ਜ਼ੋਰ ਲਾਇਆ। ਸਿੱਖਾਂ ਨੇ ਵੀ ਜਿੱਥੇ ਵੀ ਮਾਰੇ ਆ, ਮੁਸਲਮਾਨ ਮਾਰੇ ਉਹਨਾਂ ਨੇ ਵੀ। ਜਿੱਥੇ ਮੁਸਲਮਾਨਾਂ ਦਾ ਜ਼ੋਰ ਪਿਆ ਉੱਥੇ ਮੁਸਲਮਾਨਾਂ ਨੇ ਵੀ ਮਾਰੇ। ਤੇ ਤੁਸੀਂ ਫਿਰ ਉੱਥੋਂ ਜਦੋਂ ਆਏ ਆ ਤੇ ਫਿਰ ਸਿੱਧੇ ਤੁਸੀਂ ਇੱਥੇ ਪਿੰਡ 47 ਖਤਰਾਵਾਂ ਹੀ ਆਏ? ਨਾ, ਅਸੀਂ ਖਤਰਾਵਾਂ ਨਹੀਂ ਆਏ, ਉੱਥੋਂ ਆਏ ਹਾਂ ਅਸੀਂ। ਸਾਡੀ ਗੱਡੀ ਲੱਗੀ ਸੀ ਪਿੰਡ ਦਾਦਲ ਖਾਂ। ਪਿੰਡ ਦਾਦਲ ਖਾਂ ਤੋਂ ਫਿਰ ਅਸੀਂ ਆਏ ਸਰਗੋਧੇ ਕੈਂਪ 'ਚ ਪਏ ਰਹੇ। ਫਿਰ ਉੱਥੋਂ ਉੱਠ ਕੇ ਅਸੀਂ ਆ ਗਏ ਕਲੂਰ ਪਿੰਡ ਸੀ, ਤਹਿਸੀਲ ਚਨਿਓੜ ਦੇ ਵਿੱਚ, ਉਸ ਪਿੰਡ 'ਚ ਰਹੇ ਅਸੀਂ। ਤੇ ਇਸ ਪਿੰਡ ਦੇ ਵਿੱਚ ਤੁਸੀਂ ਫਿਰ ਕਿੱਦਾਂ ਪਹੁੰਚੇ? ਇਸ ਪਿੰਡ ਦੇ ਵਿੱਚ ਜਦੋਂ ਫਾਰਮ ਦਿੱਤੇ ਨਾ, ਜ਼ਮੀਨ ਪਈ ਆ, ਉਹ ਸਾਡੀ ਇਸ ਪਿੰਡ 'ਚ ਪਈ ਆਣ ਕੇ। ਅਸੀਂ ਫਿਰ ਉੱਥੋਂ ਨਾ ਉੱਠ ਕੇ ਇੱਥੇ ਆ ਗਏ 47 'ਚ। ਨਾਜ਼ਰੀਨ, ਅਸੀਂ ਅੱਜ ਪਹੁੰਚੇ ਪਿੰਡ ਖਤਰਾਵਾਂ ਦੇ ਵਿੱਚ, ਤੇ ਬਹੁਤ ਦੁੱਖ ਭਰੀ ਦਾਸਤਾਨ ਸੁਣੀ ਅਸੀਂ ਬਜ਼ੁਰਗਾਂ ਦੀ ਜ਼ੁਬਾਨੀ ਕਿ ਕਿੱਦਾਂ ਅਜਾੜੇ ਵੇਲੇ ਜਦੋਂ ਕਿੱਦਾਂ ਆਏ ਮੁਸਲਮਾਨ ਉੱਧਰੋਂ ਹਿਜਰਤ ਕਰਕੇ ਪਾਕਿਸਤਾਨ ਦੇ ਵਿੱਚ, ਤੇ ਰਾਹ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਤੇ ਉਹ ਕਿੱਦਾਂ ਆਪਣੇ ਇੱਥੇ ਆਬਾਈ ਪਿੰਡਾਂ ਦੇ ਵਿੱਚ ਪਹੁੰਚੇ। ਤੇ ਬਹੁਤ ਸ਼ੁਕਰੀਆ ਅਦਾ ਕਰਦਾ ਮੈਂ ਆਪਣੇ ਸਰ ਇਮਰਾਨ ਸਾਹਿਬ, ਜਿਨ੍ਹਾਂ ਦੀ ਰੈਫਰੈਂਸ ਦੇ ਨਾਲ ਅਸੀਂ ਪਿੰਡ ਪਹੁੰਚੇ। ਤੇ ਬਹੁਤ ਸ਼ੁਕਰੀਆ ਅਦਾ ਕਰਦਾ ਅਸੀਂ ਬਜ਼ੁਰਗਾਂ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਸਾਨੂੰ ਟਾਈਮ ਦਿੱਤਾ। ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਜਿਹੜਾ ਇੰਟਰਵਿਊ ਪਸੰਦ ਆਊਗਾ। ਸ਼ੁਕਰੀਆ।